ਹੈਲੋ ਵੈਲਕਮ ਯੂ ਆਲ ਇਨ ਮਾਈ ਚੈਨਲ ਕਨਸੈਪਟ ਗੁਰੂ ਏਕੇ ਤੇ ਮੈਂ ਹਾਂ ਤੁਹਾਡਾ ਹੋਸਟ ਅਸ਼ਵਨੀ ਕੁਮਾਰ। ਪਿਆਰੇ ਵਿਦਿਆਰਥੀਓ, ਇਹ ਵੀਡੀਓ +2 ਕਲਾਸ ਦੀ ਹੈ। +2 ਇਕਨੋਮਿਕਸ ਦੇ ਵਿਦਿਆਰਥੀਆਂ ਲਈ ਇਹ ਵੀਡੀਓ ਹੈ। ਸੋ ਜਿਹੜੇ ਬੱਚੇ +2 ਇਕਨੋਮਿਕਸ ਵਾਲੇ ਨੇ ਉਹਨਾਂ ਦਾ ਅੱਜ ਪੇਪਰ ਹੋਇਆ ਵਾ ਤੇ ਇਸ ਕਰਕੇ ਉਹਦਾ ਹੱਲ ਪੇਸ਼ ਕਰ ਰਹੇ ਹਾਂ, ਕਿਉਂਕਿ ਪੇਪਰ ਤੁਹਾਡਾ ਕੰਪਲੀਟ ਹੋਇਆ ਸੀ ਤੇ ਕਾਫੀ ਸਟੂਡੈਂਟਸ ਦੀ ਡਿਮਾਂਡ ਸੀ ਵੀ ਇਕਨੋਮਿਕਸ ਦੇ ਪੇਪਰ ਦਾ ਸੋਲਿਊਸ਼ਨ ਪਾਇਆ ਜਾਏ। ਸੋ ਪਿਆਰੇ ਵਿਦਿਆਰਥੀਓ, ਮੈਂ ਸੋਲਿਊਸ਼ਨ ਪਾ ਰਿਹਾ ਵਾਂ ਤਾਂ ਕਿ ਤੁਸੀਂ ਆਪਣੇ ਮਾਰਕਸ ਵਗੈਰਾ ਚੈੱਕ ਕਰ ਸਕੋ ਕਿੰਨੇ ਮਾਰਕਸ ਤੁਹਾਡੇ ਆਏ ਨੇ। ਜੇਕਰ ਤੁਹਾਨੂੰ ਮੇਰੀ ਵੀਡੀਓ ਚੈਨਲ ਚੰਗਾ ਲੱਗੇ ਤਾਂ ਇਸ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ। ਆਪਣੇ ਇਕਨੋਮਿਕਸ ਪੜ੍ਹਨ ਵਾਲੇ ਹੋਰ +2 ਦੇ ਸਾਥੀਆਂ ਨੂੰ ਵੀ ਇਹ ਵੀਡੀਓ ਸ਼ੇਅਰ ਕਰਨਾ। ਥੈਂਕ ਯੂ। आओ देखिए सोल्यूशन +2 इकोनॉमिक्स पेपर। सो अर्थशास्त्र ह्यूमैनिटीज़ ਪ੍ਰੀਖਿਆ ਸਤੰਬਰ 2021 40 ਨੰਬਰ ਦਾ ਪੇਪਰ ਸੀ ਤੇ 1 ਘੰਟਾ 30 ਮਿੰਟ ਇਹਦੀ ਅਵਧੀ ਸੀ। ਸੋ ਪਹਿਲਾ ਪ੍ਰਸ਼ਨ ਸੀ 1947 ਵਿੱਚ ਭਾਰਤ ਦੀ ਪ੍ਰਤੀ ਵਿਅਕਤੀ ਆਮਦਨ ਕਿੰਨੀ ਸੀ? ਬੇਟਾ ਇਹਦਾ ਏ ਆਨਸਰ ਹੈ 230 ਰੁਪਏ। ਦੂਜਾ ਪ੍ਰਸ਼ਨ, ਆਜ਼ਾਦੀ ਤੋਂ ਪਹਿਲਾਂ ਭਾਰਤ ਇੱਕ ਡੈਸ਼ ਸੀ? ਇਹਦਾ ਡੀ ਆਨਸਰ ਹੈ ਬੇਟਾ, ਭਾਵ ਮੁੱਖ ਤੌਰ 'ਤੇ ਖੇਤੀ ਅਰਥ ਵਿਵਸਥਾ, ਸਥਿਰ ਅਰਥ ਵਿਵਸਥਾ, ਅਰਧ ਸਾਮੰਤੀ ਅਰਥ ਵਿਵਸਥਾ। ਇਹਦਾ ਡੀ ਆਨਸਰ ਸੀ, ਇਹ ਸਾਰੇ ਹੀ ਸੀਗੇ। ਤੀਜਾ ਪ੍ਰਸ਼ਨ ਹੈ ਬੇਟਾ, ਭਾਰਤ ਦੀ ਕਿੰਨੀ ਪ੍ਰਤੀਸ਼ਤ ਆਬਾਦੀ ਇਸ ਵੇਲੇ ਖੇਤੀਬਾੜੀ 'ਤੇ ਨਿਰਭਰ ਹੈ? 50% ਆਬਾਦੀ। ਬੀ ਭਾਗ ਐੜਾ ਭਾਗ। ਚੌਥਾ, ਭਾਰਤ ਵਿੱਚ ਸਿੱਖਿਆ ਦਾ ਅਧਿਕਾਰ ਕਦੋਂ ਲਾਗੂ ਕੀਤਾ ਗਿਆ ਸੀ? ਬੇਟਾ ਇਹਦਾ ਸੀ ਆਨਸਰ ਹੈ 2009 ਵਿੱਚ ਰਾਈਟ ਟੂ ਐਜੂਕੇਸ਼ਨ ਜਿਹੜਾ ਲਾਗੂ ਕੀਤਾ ਗਿਆ, RTE ਐਕਟ ਬਣਾਇਆ ਗਿਆ ਸੀ। ਓਕੇ। ਪੰਜਵਾਂ ਪ੍ਰਸ਼ਨ ਹੈ 1991 ਦੇ ਨਵੇਂ ਆਰਥਿਕ ਸੁਧਾਰਾਂ ਵਿੱਚ ਹੇਠ ਲਿਖੇ ਵਿੱਚੋਂ ਕਿਹੜਾ ਸ਼ਾਮਲ ਕੀਤਾ ਗਿਆ ਸੀ? ਸੋ ਇਹਦਾ ਆਨਸਰ ਬੇਟਾ ਡੀ ਹੈ, ਉਪਰੋਕਤ ਸਾਰੇ, ਭਾਵ ਉਦਾਰੀਕਰਨ ਵੀ, ਵਿਸ਼ਵੀਕਰਨ ਵੀ ਤੇ ਨਿੱਜੀਕਰਨ ਵੀ। ਸੋ ਉਪਰੋਕਤ ਸਾਰੇ ਆਨਸਰ ਨੇ ਪੰਜਵੇਂ ਪ੍ਰਸ਼ਨ ਦਾ ਆਨਸਰ। ਬੇਟਾ ਛੇਵਾਂ ਪ੍ਰਸ਼ਨ ਦੇਖਦੇ ਹਾਂ। ਛੇਵਾਂ ਪ੍ਰਸ਼ਨ, ਹੇਠ ਲਿਖਿਆਂ ਵਿੱਚੋਂ ਕਿਹੜੀ ਇੱਕ ਕਿਸਮ ਦੀ ਬੇਰੁਜ਼ਗਾਰੀ ਨਹੀਂ ਹੈ? ਸੋ ਖਤਰਨਾਕ ਤਰ੍ਹਾਂ ਦੀ ਕੋਈ ਬੇਰੁਜ਼ਗਾਰੀ ਨਹੀਂ ਹੁੰਦੀ, ਸੰਘਰਸ਼ਾਤਮਕ ਹੋ ਸਕਦੀ ਹੈ, ਸੰਰਚਨਾਤਮਕ ਹੋ ਸਕਦੀ ਹੈ, ਚੱਕਰੀ ਹੋ ਸਕਦੀ ਹੈ। ਸੋ ਡੀ ਆਨਸਰ ਹੈ, ਸੱਸਾ ਆਨਸਰ ਹੈ। ਸੱਤਵਾਂ, ਡੈਸ਼ ਕਿਸਾਨ ਨੂੰ ਉਪਜ ਦੀ ਇੱਕ ਨਿਸ਼ਚਿਤ ਕੀਮਤ ਦੀ ਗਰੰਟੀ ਦਿੰਦਾ ਹੈ? ਇਹਦਾ ਆਨਸਰ ਹੈਗਾ MSP ਯਾਨੀ ਨਿਊਨਤਮ ਸਮਰਥਨ ਮੁੱਲ। ਇਹ ਵਾਲਾ ਆਨਸਰ ਹੈ ਇਹਦਾ, ਠੀਕ ਹੈ, ਊੜੇ ਵਾਲਾ। ਅੱਠਵਾਂ ਪ੍ਰਸ਼ਨ, ਸੈਕੰਡਰੀ ਸਿੱਖਿਆ ਲਈ ਸਮੱਗਰੀ ਬਣਾਉਣ ਲਈ ਕਿਹੜੀ ਸੰਸਥਾ ਜ਼ਿੰਮੇਵਾਰ ਹੁੰਦੀ ਹੈ? ਬੇਟਾ ਇਹਦਾ ਆਨਸਰ ਸੀ ਹੈਗਾ ਵਾ NCERT, ਨੈਸ਼ਨਲ ਕਾਉਂਸਲ ਆਫ ਐਜੂਕੇਸ਼ਨ ਰਿਸਰਚ ਐਂਡ ਟ੍ਰੇਨਿੰਗ। ਨੌਵਾਂ ਬੇਟਾ, ਵਾਤਾਵਰਣ ਵਿੱਚ ਕਿਸ ਨੂੰ ਸ਼ਾਮਲ ਕੀਤਾ ਜਾਂਦਾ ਹੈ? ਜੈਵਿਕ ਭਾਗ, ਅਜੈਵਿਕ ਭਾਗ। ਬੇਟਾ ਇਹ ਦੋਵਾਂ ਨੂੰ ਸ਼ਾਮਲ ਕੀਤਾ ਜਾਂਦਾ, ਇਸ ਕਰਕੇ ਆਨਸਰ ਦਾ ਈੜੀ ਹੈ, ਊੜਾ ਤੇ ਐੜਾ ਭਾਵ ਦੋਵੇਂ, ਜੈਵਿਕ ਵੀ ਤੇ ਅਜੈਵਿਕ ਵੀ, ਠੀਕ ਹੈ। ਇਸ ਕਰਕੇ ਆਨਸਰ ਲਿਖੋਗੇ ਈਡੀ, ਦੈਟ ਇਜ਼ ਉਪਰੋਕਤ ਤੇ ਐੜਾ, ਠੀਕ ਹੈ। ਤੁਸੀਂ ਇਹੋ ਲਿਖਿਆ ਹੋਏਗਾ, ਮੈਨੂੰ ਆਸ ਹੈ। 10ਵਾਂ ਪ੍ਰਸ਼ਨ, ਭਾਰਤ ਵਿੱਚ ਪਰਮਾਣੂ ਪਲਾਂਟ ਕਿੱਥੇ ਸਥਿਤ ਹਨ? ਬੇਟਾ ਇਹਦਾ ਆਨਸਰ ਹੈ ਤਾਰਾਪੁਰ ਮੁੰਬਈ, ਕੋਟਾ ਰਾਜਸਥਾਨ, ਨਰੋਰਾ ਉੱਤਰ ਪ੍ਰਦੇਸ਼। ਇਹਨਾਂ ਸਾਰੀਆਂ ਜਗ੍ਹਾ 'ਤੇ ਹੈਗੇ ਆ, ਠੀਕ ਹੈ। ਸੋ ਇਹਦਾ ਆਨਸਰ ਕੀ ਹੈ? ਡੀ, ਠੀਕ ਹੈ। ਸੋ ਭਾਰਤ ਵਿੱਚ ਪਰਮਾਣੂ ਪਲਾਂਟ ਇਹਨਾਂ ਸਾਰੀਆਂ ਜਗ੍ਹਾ 'ਤੇ ਮੌਜੂਦ ਨੇ। 11ਵਾਂ ਪ੍ਰਸ਼ਨ, ਹਾਂ, ਕਾਲਮ 1 ਤੇ ਕਾਲਮ 2 ਵਿੱਚ ਦਿੱਤੇ ਗਏ ਬਿਆਨਾਂ ਦੇ ਸਮੂਹ ਵਿੱਚੋਂ ਬਿਆਨਾਂ ਦੀ ਸਹੀ ਜੋੜੀ ਚੁਣੋ। ਬੇਟਾ ਇਹਦਾ ਆਨਸਰ ਹੈਗਾ ਏ ਵਾਲਾ ਭਾਵ ਪਹਿਲਾ ਹੀ, ਠੀਕ ਹੈ। ਰੁਕੋ, ਹਾਂ, ਪਹਿਲਾ ਹੀ
महात्मा गांधी राष्ट्रीय पेंडू रोजगार गारंटी योजना, पेंडू गैर हुनरमंद कामिਆਂ ਨੂੰ ਤਨਖਾਹ ਦੀ ਗਰੰਟੀ। ठीक है, सो मनरेगा ਜਿਹਨੂੰ ਸਕੀਮ ਤੁਸੀਂ ਅਕਸਰ ਕਹਿੰਦੇ ਹੋ। ਨੈਕਸਟ ਹੈਗਾ ਬੇਟਾ 12ਵਾਂ ਪ੍ਰਸ਼ਨ, ਹੇਠ ਲਿਖਿਆਂ ਵਿੱਚੋਂ ਕਿਹੜਾ ਗਲਤ ਬਿਆਨ ਦੀ ਪਛਾਣ ਕਰੋ ਵੀ ਕਿਹੜਾ ਬਿਆਨ ਗਲਤ ਹੈ। 12ਵੇਂ ਪ੍ਰਸ਼ਨ ਦਾ ਬੇਟਾ ਡੀ ਆਨਸਰ ਹੈਗਾ ਸੱਸੇ ਵਾਲਾ, ਭਾਵ ਨਵੇਂ ਖੇਤੀ ਮਾਰਗਾਂ ਵਿੱਚ ਨਿਵੇਸ਼ ਦੇ ਉਦੇਸ਼ ਪੇਂਡੂ ਆਬਾਦੀ ਲਈ ਵਿੱਤੀ ਜੋਖਮ ਨੂੰ ਵਧਾਉਂਦੇ ਹਨ। ਇਹ ਆਨਸਰ ਡੀ ਆਨਸਰ ਗਲਤ ਹੈ, ਬਾਕੀ ਸਾਰੇ ਸਹੀ ਨੇ ਕਿਉਂਕਿ ਗਲਤ ਆਨਸਰ ਹੀ ਚੁਣਨਾ ਸੀਗਾ। ਓਕੇ, 13ਵਾਂ ਪ੍ਰਸ਼ਨ, 13ਵਾਂ ਪ੍ਰਸ਼ਨ ਹੈ ਮਨੁੱਖੀ ਪੂੰਜੀ ਨਿਰਮਾਣ ਲਈ ਹੇਠ ਲਿਖਿਆਂ ਵਿੱਚੋਂ ਕਿਹੜੀ ਸ਼ਰਤ ਹੈ। 13ਵੇਂ ਦਾ ਆਨਸਰ ਵੀ ਡੀ ਹੈ ਬੇਟਾ, ਨੌਕਰੀ ਦੀ ਸਿਖਲਾਈ ਤੇ ਸਿਹਤ ਤੇ ਖਰਚ, ਸਿੱਖਿਆ ਤੇ ਖਰਚ। ਸੋ ਇਹ ਸਾਰੇ ਆਨਸਰ ਨੇ। ਸੋ ਇਸ ਕਰਕੇ ਤੁਸੀਂ ਸਿਰਫ ਤੇ ਸਿਰਫ ਡੀ ਲਿਖਣਾ ਵਾ, ਉਪਰੋਕਤ ਸਾਰੇ ਨਹੀਂ ਲਿਖਦੇ ਨੇ, ਟਿਕ ਨਹੀਂ ਮਾਰਨਾ, ਸਿਰਫ ਡੀ ਤੇ ਟਿਕ ਮਾਰਨਾ ਵਾ, ਮਾਰਨਾ ਜਾਂ ਮਾਰਿਆ ਹੋਏਗਾ। ਠੀਕ ਹੈ ਨਾ, ਕਿਉਂਕਿ ਹੁਣ ਤੇ ਪੇਪਰ ਦਾ ਟਾਈਮ ਹੋ ਚੁੱਕਾ, ਪੇਪਰ ਸਬਮਿਟ ਹੋ ਚੁੱਕੇ। ਨੈਕਸਟ ਹੈਗਾ ਬੇਟਾ ਟਿਕਾਊ ਵਿਕਾਸ ਕਿਸ ਪੀੜ੍ਹੀ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦਾ ਹੈ। 13ਵਾਂ ਪ੍ਰਸ਼ਨ। 14ਵਾਂ ਪ੍ਰਸ਼ਨ, 14ਵੇਂ ਪ੍ਰਸ਼ਨ ਦੀ ਆਪਾਂ ਗੱਲ ਕਰ ਰਹੇ ਹਾਂ। ਟਿਕਾਊ ਵਿਕਾਸ ਕਿਸ ਪੀੜ੍ਹੀ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦਾ ਹੈ। ਸੋ ਇਹਦਾ ਬੇਟਾ ਆਨਸਰ ਹੈਗਾ ਮੌਜੂਦ ਤੇ ਭਵਿੱਖ। ਇਹਦਾ ਆਨਸਰ ਤੁਸੀਂ ਲਿਖਣਾ ਉਪਰੋਕਤ ਦੋਵੇਂ, ਭਾਵ ਮੌਜੂਦ ਵੀ ਤੇ ਭਵਿੱਖ ਵੀ। ਜਿਨ੍ਹਾਂ ਇਹ ਸਹੀ ਲਿਖਿਆ ਹੋਏਗਾ ਉਹਨਾਂ ਦਾ ਉੱਤਰ ਸਹੀ ਹੋਏਗਾ। 15ਵਾਂ ਵਿਸ਼ਵੀਕਰਨ ਦੀ ਨੀਤੀ ਵਿੱਚ ਭਾਰਤੀ ਅਰਥ ਵਿਵਸਥਾ ਨੂੰ ਵਿਦੇਸ਼ੀ ਨਿਵੇਸ਼ਕਾਂ ਲਈ ਡੈਸ਼ ਗਿਆ, ਕੀ ਕੀਤਾ ਗਿਆ, ਖੋਲ੍ਹਿਆ ਗਿਆ, ਵਿਦੇਸ਼ੀ ਨਿਵੇਸ਼ਕਾਂ ਲਈ ਖੋਲ੍ਹਿਆ ਗਿਆ ਵੀ ਜਿਹੜੇ ਫਾਰਨ ਇਨਵੈਸਟਰ ਨੇ ਇੰਡੀਆ ਵਿੱਚ ਇਨਵੈਸਟ ਕਰ ਸਕਦੇ ਨੇ। 16ਵਾਂ ਪ੍ਰਸ਼ਨ ਹੈ ਬੇਟਾ ਇਹਨਾਂ ਵਿੱਚੋਂ ਕਿਹੜਾ ਭਾਰਤੀ ਖੇਤੀਬਾੜੀ ਦੇ ਪਿਛੜੇਪਣ ਦਾ ਕਾਰਨ ਨਹੀਂ ਹੈ। ਆਧੁਨਿਕ ਤਕਨੋਲੋਜੀ, ਇਹਦਾ ਆਨਸਰ ਹੈਗਾ ਆਧੁਨਿਕ ਤਕਨੋਲੋਜੀ ਪਿਛੜੇਪਣ ਦਾ ਕਾਰਨ ਨਹੀਂ ਹੈ। 17ਵਾਂ ਪ੍ਰਸ਼ਨ 17ਵਾਂ ਰੋਜ਼ਗਾਰ ਵਿੱਚ ਡੈਸ਼ ਨੂੰ ਸ਼ਾਮਲ ਕੀਤਾ ਜਾਂਦਾ। ਖਾਲੀ ਥਾਂ ਵਿੱਚ ਕੀ ਭਰਨਾ ਬੇਟਾ, ਖਾਲੀ ਥਾਂ 'ਚ ਭਰਨਾ ਹੈ। ਕੰਮ ਲਈ ਤਿਆਰ ਹੋਣਾ ਵੀ ਹੈਗਾ ਹੁੰਦਾ ਵਾ, ਮੌਜੂਦਾ ਤਨਖਾਹ ਦਰ 'ਤੇ ਕੰਮ ਕਰਨ ਲਈ ਤਿਆਰ ਹੋਣਾ ਹੁੰਦਾ ਵਾ, ਕੰਮ ਕਰਨ ਯੋਗਤਾ ਹੋਣਾ ਹੁੰਦਾ, ਉਪਰੋਕਤ ਸਾਰੇ। ਸੋ ਤੁਸੀਂ ਆਨਸਰ ਜੇਕਰ ਉਪਰੋਕਤ ਸਾਰੇ ਲਿਖਿਆ ਵਾ ਤਾਂ ਤੁਹਾਡਾ ਆਨਸਰ ਸਹੀ ਹੋਏਗਾ ਕਿਉਂਕਿ ਇਹਦਾ ਆਨਸਰ ਸੀਗਾ ਉਪਰੋਕਤ ਸਾਰੇ। 18ਵਾਂ ਪ੍ਰਸ਼ਨ ਆਜ਼ਾਦੀ ਦੇ ਸਮੇਂ ਹੇਠ ਲਿਖਿਆਂ ਵਿੱਚੋਂ ਕਿਹੜੀ ਭਾਰਤੀ ਅਰਥ ਵਿਵਸਥਾ ਦੀ ਵਿਸ਼ੇਸ਼ਤਾ ਨਹੀਂ ਸੀ, ਕਿਹੜੀ ਨਹੀਂ ਸੀਗੀ। 18ਵੇਂ ਦਾ ਆਨਸਰ ਹੈਗਾ ਵਾ ਬੇਟਾ ਬੀ, ਘੱਟ ਮੌਤ ਦਰ। 19ਵਾਂ ਜੇ ਇੱਕ ਛੋਟਾ ਕਿਸਾਨ ਆਪਣੀ ਬੀਜ ਖਰੀਦਣ ਲਈ, ਜੇ ਇੱਕ ਛੋਟਾ ਕਿਸਾਨ ਬੀਜ ਖਰੀਦਣ ਲਈ ਪ੍ਰਾਥਮਿਕ ਸਹਿਕਾਰੀ ਖੇਤੀ ਸੰਸਥਾ ਤੋਂ ਕਰਜ਼ਾ ਲੈਂਦਾ ਹੈ ਜੋ ਉਹ ਵਾਢੀ ਤੋਂ ਬਾਅਦ ਵਾਪਸ ਕਰ ਦੇਵੇਗਾ ਤਾਂ ਕਰਜ਼ਾ ਇੱਕ ਡੈਸ਼ ਕਰਜ਼ਾ ਮੰਨਿਆ ਜਾਏਗਾ। ਕਿਹੜਾ ਕਰਜ਼ਾ ਮੰਨਿਆ ਜਾਏਗਾ, ਇਹਦਾ ਆਨਸਰ ਹੈਗਾ ਬੇਟਾ ਸੀ, ਇਹਨੂੰ ਅਲਪਕਾਲੀਨ ਕਰਜ਼ਾ ਮੰਨਿਆ ਜਾਏਗਾ। ਠੀਕ ਹੈ ਜੀ। 19ਵੇਂ ਦਾ ਆਨਸਰ ਈਡੀ ਵਾਲਾ ਵੀ ਇਹਨੂੰ ਅਸੀਂ ABC 'ਚ ਗੱਲ ਕਰੀਏ ਤਾਂ ਸੀ ਕਹਿ ਸਕਦੇ ਹਾਂ। 20ਵਾਂ ਪ੍ਰਸ਼ਨ SHG ਦਾ ਕੀ ਅਰਥ ਹੈ। SHG ਦਾ ਮਤਲਬ ਸੈਲਫ ਹੈਲਪ ਗਰੁੱਪ, ਪੰਜਾਬੀ 'ਚ ਲਿਖਦੇ ਇਹਨੂੰ ਸਵੈ ਸਹਾਇਤਾ ਸਮੂਹ, ਸੈਲਫ ਹੈਲਪ ਗਰੁੱਪ। 21ਵਾਂ ਪ੍ਰਸ਼ਨ ਹੈ ਬੇਟਾ ਨੀਤੀਆਂ ਨੂੰ ਉਹਨਾਂ ਦੀ ਘੋਸ਼ਣਾ ਦੇ ਤਾਰੀਖ ਨਾਲ ਮੇਲ ਕਰੋ। ਸੋ ਸਹੀ ਮੇਲ ਹੈਗਾ ਵਾ ਪਹਿਲੀ ਉਦਯੋਗਿਕ ਨੀਤੀ 1948। ਸੌਰੀ ਇਹ ਨਹੀਂ ਲਿਖਣਾ ਆਪਾਂ, ਮੈਂ ਥੋੜ੍ਹਾ ਜਿਹਾ ਗਲਤੀ ਕਰ ਗਿਆ ਇੱਥੇ। ਸੁਣੋ ਬੇਟਾ ਇਹਨਾਂ ਦੇ ਸਾਹਮਣੇ ਕਰਨਾ ਸੀ ਅਤੇ ਇਹਦੇ ਆਪਸ਼ਨ ਇਹ ਨੇ, ਇਹਦੇ ਆਪਸ਼ਨ ਇਹ ਹੈਗੇ ਨੇ ਊੜਾ, ਐੜਾ, ਈੜੀ ਅਤੇ ਸੱਸਾ। ਬੇਟਾ ਇਹਦੇ ਵਿੱਚ ਪ੍ਰਸ਼ਨ ਨੰਬਰ 21 'ਚ ਸਾਰੇ ਹੀ ਸਹੀ ਨੇ ਅਤੇ ਸਾਰੇ ਹੀ ਮੇਲ ਕਰ ਰਹੇ ਨੇ, ਸਾਰੇ ਮੇਲ ਖਾ ਰਹੇ ਨੇ। ਯਾਨੀ ਪਹਿਲੀ ਉਦਯੋਗਿਕ ਨੀਤੀ 1948 'ਚ ਆਈ, ਇਹ ਵੀ ਸਹੀ ਹੈ। ਨਵੀਂ ਸਿੱਖਿਆ ਨੀਤੀ 2020 'ਚ ਆਈ, ਸਹੀ ਹੈ। ਨਵੀਂ ਆਰਥਿਕ ਨੀਤੀ 1991 'ਚ ਆਈ, ਇਹ ਵੀ ਸਹੀ ਹੈ। ਠੀਕ ਹੈ। ਸੋ ਇਸ ਤਰ੍ਹਾਂ ਜਿਹੜਾ ਸਾਰੇ ਮੇਲ ਖਾਂਦੇ ਨੇ। ਊੜਾ ਆਨਸਰ ਲਿਖਣਾ ਮੈਂ 21ਵੇਂ ਦਾ ਲਿਖਿਆ ਹੋਏਗਾ, ਤੁਸੀਂ ਊੜਾ ਲਿਖਿਆ ਹੋਏਗਾ ਤਾਂ ਤੁਹਾਡਾ ਆਨਸਰ ਸਹੀ ਹੋਏਗਾ। 22ਵਾਂ ਬੇਟਾ ਵਰਤਮਾਨ ਵਿੱਚ ਡੈਸ਼ ਉਦਯੋਗਾਂ ਲਈ ਲਾਇਸੈਂਸ ਦੇਣਾ ਲਾਜ਼ਮੀ ਹੈ।
ਇਹਦੇ 'ਚ ਹੈਗਾ ਬੇਟਾ 5। ਵਰਤਮਾਨ ਵਿੱਚ 5 ਉਦਯੋਗਾਂ ਲਈ ਲਾਇਸੈਂਸ ਦੇਣਾ ਲਾਜ਼ਮੀ ਹੈ। 23ਵਾਂ, ਇਹਨਾਂ ਵਿੱਚੋਂ ਕਿਹੜਾ ਗਰੀਬੀ ਦਾ ਕਾਰਨ ਨਹੀਂ ਹੈ? ਖੇਤੀਬਾੜੀ ਵਿਕਾਸ ਗਰੀਬੀ ਦਾ ਕਾਰਨ ਥੋੜ੍ਹੀ ਹੈ, ਇਹ ਤਾਂ ਗਰੀਬੀ ਨੂੰ ਖਤਮ ਕਰੇਗਾ। ਸੋ ਸੱਸਾ ਇਹਦਾ ਆਨਸਰ ਹੈ 23ਵੇਂ ਦਾ। 24ਵਾਂ ਨਿਰੰਤਰ ਵਿਕਾਸ ਇੱਕ ਡੈਸ਼ ਨਹੀਂ ਹੈ। ਸੋ ਇਹਦਾ ਆਨਸਰ ਹੈਗਾ ਬੇਟਾ ਅਸਮਾਨਤਾ 'ਤੇ ਆਧਾਰਿਤ। 24ਵੇਂ ਦਾ ਆਨਸਰ ਹੈ ਅਸਮਾਨਤਾ 'ਤੇ ਆਧਾਰਿਤ, ਡੀ ਵਾਲਾ, ਸੱਸੇ ਵਾਲਾ। 25ਵਾਂ, ਪ੍ਰਦੂਸ਼ਣ ਸ਼ਬਦ ਲਤੀਨੀ ਭਾਸ਼ਾ ਦੇ ਡੈਸ਼ ਸ਼ਬਦ ਤੋਂ ਲਿਆ ਗਿਆ ਹੈ। ਸੋ ਇਹਦਾ ਸਹੀ ਉੱਤਰ ਹੈ ਪੁਲਿਅਰੇ, POLLUERE, ਊੜੇ ਵਾਲਾ ਆਨਸਰ। 26ਵਾਂ ਪ੍ਰਸ਼ਨ ਦੇਖੋ ਬੇਟਾ, ਭਾਰਤੀ ਵਾਤਾਵਰਣ ਦੀ ਰੱਖਿਆ ਕਰ ਸਕਦੇ ਹਨ, ਕੌਣ ਕਰ ਸਕਦੇ ਨੇ? ਇਹਦਾ ਆਨਸਰ ਹੈ ਉਪਰੋਕਤ ਸਾਰੇ, ਭਾਵ ਆਬਾਦੀ ਨੂੰ ਨਿਯੰਤਰਣ ਕਰਕੇ, ਪਾਣੀ ਦੀ ਸੰਭਾਲ ਕਰਕੇ, ਜੰਗਲੀਕਰਨ ਪ੍ਰੋਗਰਾਮ ਨੂੰ ਬਣਾਉਣਾ। ਸੋ ਇਹਦਾ ਆਨਸਰ ਹੈਗਾ ਉਪਰੋਕਤ ਸਾਰੇ, 26ਵੇਂ ਦਾ ਸੱਸਾ ਆਨਸਰ ਹੈ। 27ਵਾਂ, ਭਾਰਤ ਦੀ ਆਬਾਦੀ ਕਿਹੜਾ ਬਿਆਨ ਸਹੀ ਹੈ? ਭਾਰਤ ਦੀ ਆਬਾਦੀ ਸੰਬੰਧੀ ਕਿਹੜਾ ਬਿਆਨ ਸਹੀ ਹੈਗਾ? ਸੋ 27ਵੇਂ ਦਾ ਆਨਸਰ B ਹੈਗਾ, ਭਾਵ ਐੜੇ ਵਾਲਾ। ਜੀਵਨ ਦੀ ਸੰਭਾਵਨਾ ਹੁਣ 69 ਸਾਲ ਤੱਕ ਆ ਗਈ ਹੈ। ਜੀਵਨ ਦੀ ਸੰਭਾਵਨਾ ਹੁਣ 69 ਸਾਲ ਤੱਕ ਆ ਗਈ ਹੈ। 28ਵਾਂ ਪ੍ਰਸ਼ਨ, ਸਮਾਜਿਕ ਬੁਨਿਆਦ ਢਾਂਚੇ ਵਿੱਚ ਸ਼ਾਮਲ ਹੈ, ਕੀ ਸ਼ਾਮਲ ਹੈ? ਹਸਪਤਾਲ, ਸਮੁਦਾਇਕ ਸੰਸਥਾਵਾਂ ਅਤੇ ਵਿਦਿਅਕ ਸੰਸਥਾਵਾਂ। ਸੋ ਇਹਦਾ ਆਨਸਰ ਹੈ ਉਪਰੋਕਤ ਸਾਰੇ। ਉਪਰੋਕਤ ਸਾਰੇ ਨੂੰ ਟਿਕ ਕੀਤਾ ਹੋਏਗਾ, ਇਹ ਤੁਹਾਡਾ ਆਨਸਰ ਸਹੀ ਹੋਏਗਾ। 29ਵਾਂ ਪ੍ਰਸ਼ਨ ਦੇਖੋ ਬੇਟਾ, ਜੇ ਤੁਸੀਂ ਡਾਟਾ ਐਨਾਲਿਸਟ ਦੇ ਤੌਰ ਤੇ ਕੰਮ ਕਰਨ ਲਈ ਕੈਨੇਡਾ ਚਲੇ ਜਾਂਦੇ ਹੋ ਤਾਂ ਇਸ ਪ੍ਰਕਿਰਿਆ ਨੂੰ ਇਸ ਵਜੋਂ ਜਾਣਿਆ ਜਾਂਦਾ ਹੈ, ਦਿਮਾਗ ਦੀ ਨਿਕਾਸੀ। ਇਹਨੂੰ ਅੰਗਰੇਜ਼ੀ 'ਚ ਬੇਟਾ ਕਹਿੰਦੇ ਨੇ ਬ੍ਰੇਨ ਡਰੇਨ, ਦਿਮਾਗ ਦੀ ਨਿਕਾਸੀ, ਬ੍ਰੇਨ ਡਰੇਨ। 30ਵਾਂ, ਭਾਰਤ ਵਿੱਚ ਸਿੱਖਿਆ ਅਜੇ ਵੀ ਇੱਕ ਚੁਣੌਤੀਪੂਰਨ ਸਥਿਤੀ ਹੈ, ਕਿਉਂਕਿ ਭਾਰਤ ਵਿੱਚ ਇਹਦਾ ਆਨਸਰ ਹੈ ਉਪਰੋਕਤ ਸਾਰੇ, ਭਾਵ ਅਜੇ ਵੀ ਲਿੰਗ ਪੱਖਪਾਤ ਹੈਗਾ, ਨਿੱਜੀਕਰਨ ਵੀ ਹੈਗਾ ਅਤੇ ਵਿਦਿਅਕ ਸਹੂਲਤਾਂ ਤੋਂ ਪ੍ਰਬੰਧ ਵਿੱਚ ਪੇਂਡੂ ਅਤੇ ਸ਼ਹਿਰੀ ਪੱਖਪਾਤ ਹੈਗਾ। ਸੋ ਇਸ ਕਰਕੇ ਚੁਣੌਤੀਆਂ ਨੇ। ਸੋ ਉਪਰੋਕਤ ਸਾਰੇ ਆਨਸਰ ਹੈਗਾ 30ਵੇਂ ਦਾ। 31ਵਾਂ ਦੇਖੋ, ਕਿਸੇ ਵਿਅਕਤੀ ਜਾਂ ਵਿਅਕਤੀਆਂ ਦੇ ਸਮੂਹ ਵਿੱਚ ਮੌਜੂਦ ਗਿਆਨ, ਹੁਨਰ ਅਤੇ ਹੋਰ ਵਿਸ਼ੇਸ਼ਤਾਵਾਂ ਜੋ ਵਿਕਾਸ ਵਿੱਚ ਸਹਾਇਤਾ ਕਰਦੀਆਂ ਹਨ ਨੂੰ ਕਿਹਾ ਜਾਂਦਾ, ਕੀ ਕਿਹਾ ਜਾਂਦਾ ਬੇਟਾ? ਇਹਨਾਂ ਨੂੰ ਕਿਹਾ ਜਾਂਦਾ ਵੈ ਮਨੁੱਖੀ ਪੂੰਜੀ, ਹਿਊਮਨ ਰਿਸੋਰਸਿਸ ਜਾਂ ਹਿਊਮਨ ਕੈਪੀਟਲ। ਓਕੇ, 32ਵਾਂ ਪ੍ਰਸ਼ਨ ਦੇਖੋ, ਕਿਹੜਾ ਬਿਆਨ ਸਹੀ ਹੈ? 32, ਕਿਹੜਾ ਬਿਆਨ ਸਹੀ ਹੈ? ਇਹਦਾ ਆਨਸਰ ਹੈ ਬੇਟਾ ਉਪਰੋਕਤ ਸਾਰੇ ਸਹੀ ਹਨ। ਜੈਵਿਕ ਖੇਤੀ ਨੇ ਸ਼੍ਰੀਲੰਕਾ ਵਿੱਚ ਅਨਾਜ ਦੇ ਉਤਪਾਦਨ ਨੂੰ ਘਟਾ ਦਿੱਤਾ। ਜੈਵਿਕ ਖੇਤੀ ਇੱਕ ਵਾਤਾਵਰਨ ਪੱਖੀ ਤਕਨੀਕ ਹੈ। ਸਿੱਕਮ ਦੁਨੀਆ ਦਾ ਪਹਿਲਾ 100% ਜੈਵਿਕ ਖੇਤੀ ਵਾਲਾ ਰਾਜ ਹੈ। ਸੋ ਇਹ ਸਾਰੇ ਸਟੇਟਮੈਂਟਾਂ ਸਹੀ ਨੇ। 33ਵਾਂ ਦੇਖੋ ਬੇਟਾ, ਨੀਤੀ ਆਯੋਗ ਵਿੱਚ ਨੀਤੀ ਦਾ ਅਰਥ ਹੈ ਨੈਸ਼ਨਲ ਇੰਸਟੀਚਿਊਟ ਆਫ ਟਰਾਂਸਫਾਰਮਿੰਗ ਇੰਡੀਆ, NITI, ਇੱਥੋਂ ਬਣਿਆ ਵਰਡ ਨੀਤੀ, ਠੀਕ ਹੈ। ਨੈਕਸਟ ਹੈਗਾ 34ਵਾਂ, ਆਜ਼ਾਦੀ ਦੇ ਸਮੇਂ ਭਾਰਤ ਡੈਸ਼ ਦਾ ਇੱਕ ਸ਼ੁੱਧ ਨਿਰਯਾਤਕ ਸੀ। ਇਹਦਾ ਆਨਸਰ ਹੈਗਾ ਨੀਲ ਦਾ ਸ਼ੁੱਧ ਨਿਰਯਾਤਕ ਸੀ। ਓਕੇ, 35ਵਾਂ ਕੁਐਸਚਨ ਦੇਖੋ, 2014 ਵਿੱਚ ਲਾਂਚ ਕੀਤੇ ਗਏ ਮੇਕ ਇਨ ਇੰਡੀਆ ਦਾ ਉਦੇਸ਼ ਨਹੀਂ ਹੈ। 35ਵੇਂ ਦਾ ਆਨਸਰ ਹੈਗਾ ਪੇਂਡੂ ਰੁਜ਼ਗਾਰ ਵਿੱਚ ਵਾਧਾ, ਸੱਸੇ ਵਾਲਾ, ਪੇਂਡੂ ਰੁਜ਼ਗਾਰ ਵਿੱਚ ਵਾਧਾ, ਇਹ ਇਹਦਾ ਉਦੇਸ਼ ਨਹੀਂ ਹੈ। 36ਵਾਂ ਕੁਐਸਚਨ ਦੇਖੋ, ਨਾਬਾਰਡ ਦੀ ਸਥਾਪਨਾ ਕਦੋਂ ਹੋਈ? ਨਾਬਾਰਡ ਦੀ ਸਥਾਪਨਾ ਕਦੋਂ ਹੋਈ ਬੇਟਾ? ਦਾ ਆਨਸਰ 1982 ਹੈ। 37ਵਾਂ ਦੇਖੋ, ਜੇ ਕੋਈ ਵਿਅਕਤੀ ਮਨਰੇਗਾ ਅਧੀਨ ਕੰਮ ਕਰ ਰਿਹਾ ਤਾਂ ਉਸ ਨੂੰ ਕਿੰਨੇ ਦਿਨਾਂ ਦਾ ਕੰਮ ਮਿਲ ਰਿਹਾ ਹੈ? ਸੋ 37ਵੇਂ ਦਾ ਆਨਸਰ ਹੈ 100, ਕਿਉਂਕਿ 100 ਦਿਨ ਦੇ ਕੰਮ ਦੀ ਗਰੰਟੀ ਦਿੱਤੀ ਗਈ ਸੀ ਪਹਿਲੀ ਵਾਰ। ਸੋ 100 ਦਿਨ ਦਾ।
38ਵਾਂ, ਜੇ ਕਿਸੇ ਵਿਅਕਤੀ ਨੂੰ ਪ੍ਰਧਾਨ ਮੰਤਰੀ ਗ੍ਰਾਮੀਣ ਰੋਜ਼ਗਾਰ ਯੋਜਨਾ ਦੇ ਅਧੀਨ ਨੌਕਰੀ ਮਿਲਦੀ ਹੈ ਤਾਂ ਉਸ ਨੂੰ ਕਿਸ ਸਾਲ ਵਿੱਚ ਨੌਕਰੀ ਮਿਲੀ? 38ਵੇਂ ਕੁਐਸਚਨ ਆਨਸਰ ਓਕੇ ਬੇਟਾ 38ਵੇਂ ਕੁਐਸਚਨ ਆਨਸਰ ਉਪਰੋਕਤ ਵਿੱਚੋਂ ਕੋਈ ਨਹੀਂ, ਨਾ 97 ਨਾ 98 ਨਾ 2001। ਠੀਕ ਹੈ, ਸੋ ਇਸ ਕਰਕੇ ਇਹਦਾ ਆਨਸਰ ਕੀ ਹੈਗਾ? ਉਪਰੋਕਤ ਵਿੱਚੋਂ ਕੋਈ ਨਹੀਂ। 39ਵਾਂ ਕੁਐਸਚਨ, ਕੁਐਸਚਨ ਨੰਬਰ 39, ਅਮਨਦੀਪ ਕੌਰ ਨੇ ਦੱਸਿਆ ਕਿ ਉਸ ਨੂੰ ਸਾਲ ਵਿੱਚ 200 ਦਿਨ ਕੰਮ ਮਿਲਦਾ ਹੈ, ਅਸੀਂ ਉਸ ਨੂੰ ਕੀ ਕਹਿ ਸਕਦੇ ਹਾਂ? ਬੇਟਾ ਅਸੀਂ ਉਸ ਨੂੰ ਕਹਿ ਸਕਦੇ ਹਾਂ ਦ੍ਰਿਸ਼ ਅਲਪ ਰੁਜ਼ਗਾਰ, ਦ੍ਰਿਸ਼ ਅਲਪ ਰੁਜ਼ਗਾਰ ਕਹਿ ਸਕਦੇ ਹਾਂ। 40ਵਾਂ, ਅਮਿਤ ਆਪਣੀਆਂ ਬੁਨਿਆਦੀ ਲੋੜਾਂ ਪੂਰੀਆਂ ਕਰ ਰਿਹਾ ਹੈ ਤੇ ਉਹ ਕੋਈ ਗਰੀਬ ਵਿਅਕਤੀ ਨਹੀਂ ਹੈ, ਹੇਠ ਲਿਖਿਆਂ ਵਿੱਚੋਂ ਉਸ ਨੂੰ ਨਿਸ਼ਚਿਤ ਰੂਪ ਨਾਲ ਕੀ ਪ੍ਰਾਪਤ ਹੋ ਰਿਹਾ ਹੈ? ਉਸ ਨੂੰ ਭੋਜਨ ਪ੍ਰਾਪਤ ਹੋ ਰਿਹਾ ਹੈ। ਸੋ ਪਿਆਰੇ ਵਿਦਿਆਰਥੀਓ, ਇਹ ਸੀਗਾ ਇਕਨੋਮਿਕਸ ਦਾ ਪੇਪਰ ਜਿਹਦਾ ਮੈਂ ਸੋਲੂਸ਼ਨ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੈ ਤਾਂ ਇਸ ਨੂੰ ਲਾਈਕ, ਸ਼ੇਅਰ ਅਤੇ ਕਮੈਂਟ ਕਰਨਾ। ਸ਼ੇਅਰ ਇਸ ਕਰਕੇ ਕਰਨਾ ਵੀ ਤੁਹਾਡੇ ਹੋਰ ਇਕਨੋਮਿਕਸ ਪੜ੍ਹਨ ਵਾਲੇ ਸਾਥੀ ਵੀ ਸਹੀ ਉੱਤਰਾਂ ਦਾ ਪਤਾ ਲੱਗ ਸਕੇ ਵੀ ਕਿੰਨੇ ਉਹ ਉੱਤਰ ਅੱਜ ਸਹੀ ਕਰਕੇ ਆਏ ਨੇ। ਠੀਕ ਹੈ, ਉਹਨਾਂ ਦੇ ਕਿੰਨੇ ਮਾਰਕਸ ਬਣ ਸਕਦੇ ਨੇ, ਅੱਗੇ ਤੋਂ ਵੀ ਤੁਹਾਨੂੰ ਤਿਆਰੀ ਵਿੱਚ ਹੈਲਪ ਕਰੇਗਾ। ਸੋ ਬਹੁਤ ਬਹੁਤ ਧੰਨਵਾਦ ਪਿਆਰੇ ਵਿਦਿਆਰਥੀਓ। ਮੈਂ ਪੋਲੀਟੀਕਲ ਸਾਇੰਸ ਦੀ +1 +2 ਦੀ ਰੈਗੂਲਰ ਕਲਾਸ ਵੀ ਲਾਉਂਦਾ ਵਾਂ, ਲੈਕਚਰ ਵੀ ਪਾਉਂਦਾ ਵਾਂ। ਜੇਕਰ ਤੁਸੀਂ ਜਾਂ ਤੁਹਾਡੇ ਸਾਥੀ ਪੋਲੀਟੀਕਲ ਸਾਇੰਸ ਦੀ ਕਲਾਸ ਲਾਉਂਦੇ ਹੋਣ ਤਾਂ ਉਹਨਾਂ ਦਾ ਸਵਾਗਤ ਹੈ ਮੇਰੇ ਚੈਨਲ ਕੌਨਸੈਪਟ ਗੁਰੂ AK 'ਤੇ। ਤੁਸੀਂ ਵੀ ਜੇ ਕਲਾਸ ਲਾਉਂਦੇ ਹੋ ਤਾਂ ਤੁਹਾਡਾ ਲਾਈਵ ਕਲਾਸ ਲਾਉਣ ਲਈ ਸਵਾਗਤ ਹੈ। ਥੈਂਕ ਯੂ ਵੈਰੀ ਮੱਚ। ਥੈਂਕ ਯੂ।